ਜਦੋਂ ਵੀ ਕਿਸੇ ਕੌਮ ਦੀ ਜਾਂ ਕਿਸੇ ਨੈਸ਼ਨੈਲਿਟੀ ਜਿਹੜੀ ਕਿ ਇੱਕ ਮਾਈਨੋਰਿਟੀ ਦੇ ਤੌਰ ਤੇ ਕਿਸੇ ਵੱਡੇ ਸੈਟਅਪ 'ਚ ਫਸੀ ਹੁੰਦੀ ਹੈ, ਉਸ ਨੂੰ ਕਲੈਕਟਿਵ ਸਜ਼ਾ ਦੇਣੀ ਹੋਏ ਸਾਂਝੇ ਤੌਰ ਦੇ ਉੱਤੇ, ਤੇ ਫਿਰ ਇੱਕ ਮਾਹੌਲ ਸਿਰਜਿਆ ਜਾਂਦਾ ਹੈ। ਜੂਨ 84 ਦਾ ਘੱਲੂਘਾਰਾ ਹਰ ਸਿੱਖ ਦੇ ਲਈ ਉਹਦੇ ਅੰਦਰ ਕੀ ਚੱਲ ਰਿਹਾ ਹੁੰਦਾ ਹੈ। ਕੋਈ ਈਵਨ ਇਸ ਕਿਸਮ ਦਾ ਸਮਾਗਮ ਵੀ ਜਿਹੜਾ ਪਰਿਵਾਰਕ ਹੁੰਦਾ ਕੋਈ ਨਹੀਂ ਰੱਖਦਾ। ਗੁਰਦੁਆਰਿਆਂ ਦੇ ਵਿੱਚ ਸ਼ਹੀਦੀ ਯਾਦ ਮਨਾਈ ਜਾਂਦੀ ਹੈ, ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਅਕਾਲ ਤਖਤ ਸਾਹਿਬ ਦੇ ਉੱਤੇ ਭਾਵੇਂ ਹਰ ਸਾਲ ਹਕੂਮਤ ਨੇ ਪਾਬੰਦੀਆਂ ਲਾਈਆਂ ਹੁੰਦੀਆਂ, ਰੁਕਾਵਟਾਂ ਖੜੀਆਂ ਕੀਤੀਆਂ ਹੁੰਦੀਆਂ, ਇਹਦੇ ਬਾਵਜੂਦ ਸਿੱਖ ਨੌਜਵਾਨ ਪਹੁੰਚ ਜਾਂਦੇ ਨੇ। ਇਸ ਵਾਰ ਵੀ ਇਸ ਮੌਕੇ ਦੇ ਉੱਤੇ ਇਕੱਠ ਹੋਏਗਾ, ਕਿਉਂਕਿ ਜਿਸ ਅਕਾਲ ਤਖਤ ਨੂੰ ਟੈਂਕਾਂ ਤੋਪਾਂ ਦੇ ਨਾਲ ਢਾਹ ਢੇਰੀ ਕੀਤਾ ਗਿਆ, ਉੱਥੇ ਹੀ ਬੈਠ ਕੇ ਅਸੀਂ ਉਹਨਾਂ ਯੋਧਿਆਂ ਨੂੰ ਵੀ ਯਾਦ ਕਰਨਾ ਜਿਨ੍ਹਾਂ ਨੇ ਜਿਹੜਾ ਉਹ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜ਼ੁਲਮ ਦਾ ਮੁਕਾਬਲਾ ਕੀਤਾ। ਜਿਹੜਾ ਭਗਵੰਤ ਮਾਨ ਪਟਿਆਲੇ ਦੇ ਵਿੱਚ ਜਿਹੜੀ ਗੁੰਡਾਗਰਦੀ ਔਰ ਫਿਰਕੂਪਣਾ ਹਿੰਦੂਤਵੀਆਂ ਨੇ ਦਿਖਾਇਆ, ਉਸ ਨੂੰ ਰੋਕਣ 'ਚ ਨਾਕਾਮਯਾਬ ਰਿਹਾ। ਜਿਹੜਾ ਪੰਜਾਬ ਦੇ ਵਿੱਚ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਿਸ ਦੇ ਨਾਲ ਇਹਨੂੰ ਕਨਫਰੰਟ ਕੀਤਾ ਗਿਆ ਸੀ ਚੋਣਾਂ ਦੇ ਦੌਰਾਨ ਵੀ, ਉਸ ਦੇ ਉੱਤੇ ਇਹਦੇ ਮੂੰਹ 'ਚੋਂ ਇੱਕ ਲਫ਼ਜ਼ ਨਹੀਂ ਨਿਕਲਦਾ। ਇਹ ਦੌੜਦਾ ਦਿੱਲੀ ਗਿਆ। ਦਿੱਲੀ ਜਾ ਕੇ ਉਹਨੇ ਕਿਹਾ ਜੀ ਇਹ ਜੂਨ 84 ਦੀ ਐਨੀਵਰਸਰੀ ਆ ਰਹੀ ਹੈ ਔਰ ਸੈਂਟਰਲ ਫੋਰਸਿਸ ਜਿਹੜੀਆਂ ਨੇ ਮੈਨੂੰ ਦਿੱਤੀਆਂ ਜਾਣ, ਕਿਉਂਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਮੱਸਿਆ ਹੋ ਸਕਦੀ। ਅਮਿਤ ਸ਼ਾਹ ਨੇ ਕਿਹਾ ਜੀ ਬਿਲਕੁਲ ਅਸੀਂ ਤੁਹਾਨੂੰ ਦਿੰਦੇ ਹਾਂ, ਅਸੀਂ 10 ਕੰਪਨੀਆਂ CRPF ਦੀਆਂ ਪੰਜਾਬ 'ਚ ਤਾਇਨਾਤ ਕਰਾਂਗੇ। ਜੇ 80,000 ਪੰਜਾਬ ਪੁਲਿਸ ਦਾ ਜਵਾਨ ਪੰਜਾਬ 'ਚ ਲਾਅ ਐਂਡ ਆਰਡਰ ਨੂੰ ਕਾਇਮ ਨਹੀਂ ਰੱਖ ਸਕਦਾ, ਤੇ 1000 ਜਿਹੜਾ ਸੈਂਟਰਲ CRPF ਦੀ ਤਾਇਨਾਤੀ ਹੈ ਉਹ ਕਿਹੜਾ ਕੱਦੂ 'ਚ ਤੀਰ ਮਾਰ ਲੈਣਗੇ। ਅਸੀਂ ਅਲਟੀਮੇਟਲੀ ਉਹੀ ਲਾਈਨ ਟੋ ਕਰਾਂਗੇ, ਉਹੀ ਲਾਅ ਐਂਡ ਆਰਡਰ ਦਾ ਇੱਕ ਬਹਾਨਾ ਬਣਾ ਕੇ ਸਿੱਖਾਂ ਦੀ ਨਸਲਕੁਸ਼ੀ ਦੇ ਅਗਲੇ ਚੈਪਟਰ ਨੂੰ ਖੋਲਾਂਗੇ, ਜਿਵੇਂ ਕਿ ਬੇਅੰਤ ਤੇ ਬੁੱਚੜ ਨੇ ਕੀਤਾ ਸੀ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਡੀਓਜ਼ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਦੇ ਘੱਲੂਘਾਰੇ ਤੋਂ ਪਹਿਲਾਂ ਜਿੱਥੇ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੀ ਫੜੋਫੜੀ ਜਾਰੀ ਹੈ, ਉੱਥੇ ਭਗਵੰਤ ਮਾਨ ਨੇ ਦਿੱਲੀ ਦਰਬਾਰ ਤੋਂ CRPF ਦੀਆਂ 10 ਕੰਪਨੀਆਂ ਦੀ ਮੰਗ ਕੀਤੀ ਹੈ ਕਿ 80,000 ਦੇ ਕਰੀਬ ਪੰਜਾਬ ਪੁਲਿਸ ਦੇ ਜਵਾਨ ਪੰਜਾਬ ਵਿੱਚ ਲਾਅ ਐਂਡ ਆਰਡਰ ਕਾਇਮ ਕਰਨ ਲਈ ਕਾਫੀ ਨਹੀਂ ਹਨ। ਆਮ ਆਦਮੀ ਪਾਰਟੀ ਪੰਜਾਬ ਨੂੰ ਕਿਸ ਦਿਸ਼ਾ ਵੱਲ ਧੱਕ ਰਹੀ ਹੈ, ਇਸ ਵਿੱਚ ਕੋਈ ਸ਼ੱਕ ਸ਼ੁਬਾ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਵੀ ਕਿਸੇ ਕੌਮ ਦੀ ਜਾਂ ਕਿਸੇ ਨੈਸ਼ਨੈਲਿਟੀ ਜਿਹੜੀ ਕਿ ਇੱਕ ਮਾਈਨੋਰਿਟੀ ਦੇ ਤੌਰ ਤੇ ਕਿਸੇ ਵੱਡੇ ਸੈਟਅਪ 'ਚ ਫਸੀ ਹੁੰਦੀ ਹੈ, ਉਸ ਨੂੰ ਕਲੈਕਟਿਵ ਸਜ਼ਾ ਦੇਣੀ ਹੋਏ ਸਾਂਝੇ ਤੌਰ ਦੇ ਉੱਤੇ, ਤੇ ਫਿਰ ਇੱਕ ਮਾਹੌਲ ਸਿਰਜਿਆ ਜਾਂਦਾ ਹੈ। ਅੱਛਾ। ਉਸ ਮਾਹੌਲ ਸਿਰਜਣ ਲਈ ਇਸ ਕਿਸਮ ਦੀਆਂ ਖਬਰਾਂ ਪਲਾਂਟ ਕਰਵਾਈਆਂ ਜਾਂਦੀਆਂ। ਕੁਛ ਘਟਨਾਵਾਂ ਖੁਦ ਏਜੰਸੀਆਂ ਕਰਵਾਉਂਦੀਆਂ ਨੇ, ਕੁਛ ਦਾ ਫੀਅਰ ਕੀਤਾ ਜਾਂਦਾ ਹੈ, ਔਰ ਕੁਛ ਇਸ ਕਿਸਮ ਦਾ ਵਰਤਾਰਾ ਇੱਕਦਮ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਹੜੀ ਇਹ ਪਾਰਖੂ ਅੱਖ ਹੁੰਦੀ ਹੈ ਉਹ ਦੇਖ ਰਹੀ ਹੁੰਦੀ ਹੈ ਕਿ ਵੀ ਇਹ ਹਕੂਮਤ ਦੀ ਨੀਅਤ ਹੁਣ ਮਾੜੀ ਹੈ, ਇਹਨਾਂ ਨੇ ਕਲੈਕਟਿਵ ਸਜ਼ਾ ਦੇਣੀ ਹੈ ਸਾਰਿਆਂ ਨੂੰ ਸਾਂਝੀ, ਔਰ ਉਸ ਦੇ ਲਈ ਇਹ ਮਾਹੌਲ ਸਿਰਜ ਰਹੇ ਨੇ। ਅੱਛਾ। ਕਿਸਾਨ ਲਹਿਰ ਜਿਹੜੀ 13 ਮਹੀਨੇ ਚੱਲੀ, ਬੇਸ਼ੱਕ ਉਹਨੇ ਇੱਕ ਇਤਿਹਾਸ ਸਿਰਜਿਆ, ਇਸ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਮੋਦੀ ਦੇ ਧੌਣ ਦੇ ਵਿੱਚ ਕਿੱਲਾ ਫਸਿਆ ਹੋਇਆ ਸੀ, ਉਹ ਕਿੱਲਾ ਸਿੱਖਾਂ ਨੇ ਕੱਢਿਆ, ਉਹਨੂੰ ਗੋਡਿਆਂ ਪਰਨੇ ਕੀਤਾ। ਲੇਕਿਨ ਜਦੋਂ ਇਹ ਵਿਕਟਰੀ ਦਾ ਵੀ ਇੱਕ ਮਾਹੌਲ ਬਣਿਆ ਹੋਇਆ ਸੀ, ਉਦੋਂ ਵੀ ਅਸੀਂ ਇਹ ਵਾਰਨ ਕੀਤਾ ਸੀ ਕਿ ਸਾਡਾ ਵਾਹ ਉਸ ਮਕਾਰ ਦੁਸ਼ਮਣ ਨਾਲ ਹੈ ਜਿਹੜਾ ਲਗਭਗ 4000 ਸਾਲ ਦਾ ਸਰਵਾਈਵਰ ਹੈ, ਜਿਹੜਾ ਝੂਠ ਬੋਲਣ ਦੇ ਵਿੱਚ ਜਿਸ ਨੂੰ ਕੋਈ ਇੱਕ ਤਾਂ ਹੁੰਦਾ ਕਿ ਉਸ ਨੂੰ ਕੋਈ ਬੁਰਾ ਮਹਿਸੂਸ ਹੋਏ, ਰਾਦਰ ਉਹ ਤਾਂ ਮਾਸਟਰ ਨੇ ਕਿ ਝੂਠ ਨੂੰ ਸਿਰਜਣਾ ਕਿਵੇਂ ਹੈ, ਝੂਠ ਨੂੰ ਫਿਰ ਜਸਟੀਫਾਈ ਕਿਵੇਂ ਕਰਨਾ ਹੈ। ਔਰ ਮੈਂ ਕਿਸੇ ਬੁੱਧਿਸਟ ਮੰਕ ਦਾ ਹੀ ਵਿਚਾਰ ਸੁਣ ਰਿਹਾ ਸੀ, ਉਹਨੇ ਕਿਹਾ ਜੀ ਹੁਣ ਜਦੋਂ ਬਾਰ-ਬਾਰ ਲੋਕਾਂ ਨੂੰ ਗੀਤਾ ਦਾ ਉਪਦੇਸ਼ ਜੇ ਗੀਤਾ ਨਾਲ ਜੋੜਨ ਦੀ ਗੱਲ ਕੀਤੀ ਜਾ ਰਹੀ ਹੈ,
उन्होंने कहा कि भी जे तुसीं ये सारा महाभारत जिहदा गीता हिस्सा है देखो तो उहदे च तो एक मैसेज निकलदा है भी जिन्ना मर्जी तुसीं झूठ बोलो जी जिन्ना मर्जी वायलेट करो जिहड़े लड़ाई दे असूल ने पर उन्हां दे लई एक माहौल सिरज दिओ और उन्होंने जस्टिफाई करो तो जिहड़ा झूठ बोलण वाला है वो अपने अंदर नाल भी होए मैं कोई झूठ तो नहीं बोलिया। और उन्हें उहदी उदाहरण दित्ती कि किवें जदों कि अश्वत्थामा जिहड़ा वो नहीं सी मर रहा भीष्म पितामह दा और वो अजे जिउंदा सी भीष्म पितामह के भाई उहदी डैथ उदों ही होएगी जदों कि अश्वत्थामा दी उहनूं खबर मिले और किवें ये झूठ बुलाया गया एक हाथी का नाम रखा गया अश्वत्थामा ये कहा गया उच्ची सारा हौली जे कहा गया अश्वत्थामा उच्ची सारी कहा गया कि मर गया और इवें उन्होंने जस्टिफाई किया गया और युधिष्ठिर तो यह झूठ बुलाया गया जिन्होंने सतवादी कहा जाता हुण जे सतवादी युधिष्ठिर इन्ना वड्डा झूठ बोलदा है तो फिर इन्हां दा तुसीं अंदाज़ा लाओ जिहड़े झूठवादी ने वो तो है ही झूठ दे उत्ते मबनी ने। सो उन्हें कहा भी पता नहीं ये किहड़े पास्यों सच दी जां दूजी करदे ने भी इन्हां ने तां झूठ नूं इस हद तक आर्ट बना दिता होया है कि इन्हां दे लई झूठ ते सच विचली कोई कंध नहीं है। इन्हां दे लई एंड मैटर करदा है वो किसी तरीके दे नाल भी कीता जाए। नोबडी नोज बैटर दैन द सिक्स जे असीं 47 दौर तो लैके ही देखीए तो हुण तक भी। सो ये किसान अंदोलन के एंड वेड़े भी मेरा ये खदशा सी कि जिन्हों अज असी बड़ी वड्डी विक्टरी समझ रहे हैं है भी विक्टरी है कि साडा दुश्मन की करेगा। और फिर असी देखा कि उस तो पहला ही 2 बार उन्होंने माहौल तो सिरज दिता सी सिखां दी नस्लकुशी का जिवें जदों हरियाणे तो दिल्ली तक पहुँचते ने शंभू तो ਸਿੰਘੂ तक राह दे विच जो माहौल बनाया गया आंदियां जिवें उन्होंने ਜਿਹੜਾ उस किस्म की नैगेटिविटी की। फिर 26 जनवरी जो लाल किले के उत्ते ਜਿਹੜਾ ਉਹ केसरी निशान उस दे खाली पोल ते चलाया जाता है उदों भी आलमोस्ट मीडिया ने वो सारा माहौल सैट कर दिता सी और उहदे लई उन्होंने सिविलियन पॉपूलेशन RSS के गुंडे जां जिवें अगले दिनां च आके RSS के गुंडियां ने किसान कैंपां दे उत्ते हमला कीता है वो साढ़े सामने। पर इउं लगता है भी विदिन कुछ ना कुछ ऐसा भावें वो सत्यपाल मलिक वर्गे ही बंदा सी जिहड़ा मेघालय का गवर्नर सी जां इस गल का खौफ कि भाई ये तो सारे किसानों के पुत्र धीआं बैठे ने इत्थे और फौज दे विच बगावत हो सकती है और चीन दे नाल पंगा पिया सी की फैक्टर बनया कि उन्होंने एक स्टेज ते दा स्टैप बैक करने का फैसला कर लिया। लेकिन असी देखते हैं फिर मोदी ने किवें पंजाब च जदों कि 50,000 तो ज़्यादा कुर्सियां खाली पईयां ने जिथे उन्हें आना सी अबोहर के फिरोजपुर और किवें उन्हें फिर एक होर नैरेटिव सिरजया कि चन्नी को कह देना कि मैं जीवत वापस आ गया हूँ। हुण वो भी एक मौका और अगले तुसीं दिनां 2-3 दिनां देखो लगता सी कि भी ये हुण कुछ ना कुछ करन वाले ने लेकिन उन्होंने उसनूं होर ढंग दे नाल मैनेज कीता और उन्होंने नागपुर के हैडकुआटर ने कहा होना कि भाई ये साडे लई BJP लई अजे सीधा पंजाब च आना साजगार नहीं होना। उन्होंने अड पार्टी बना लई विच ही ढींडसा विच ही कैप्टन अमरिंदर बद अखलाक बद किरदार बद कलाम उन्होंने भी नाल जोड़ लिया। लेकिन अल्टीमेटली फाइनल स्टेज ते उन्होंने अपना वेट RSS की B टीम जिहड़ी आम आदमी पार्टी के रूप से उहदे पिछे सुट्टिया और 92 सीटां दे नाल आम आदमी पार्टी जिहड़ी है वो पावर दे विच आई। पर इस सारे पीरीयड च जे तुसीं आम आदमी पार्टी का ट्रैक रैकड देखो कदे भी ये भुलेखा नहीं हुंदा कि भाई इन्हां दीयां लॉयल्टीज़ कित्थे लाई करदियां ने किवें अमृतसर तो लैके जिहड़ा वो एंड तक जिथे असीं पाकिस्तान नाल लगदा बॉर्डर अबोहर फाजिलका च देखदे हुसैनीवाड़ा तक तिरंगिਆਂ ਦੇ ਵਿੱਚ ਸਾਰਿਆਂ ਨੂੰ ਲਪੇਟ ਦਿੱਤਾ ਹੈ। ਕਿਵੇਂ पंजाबी हिंदुओं नूं कितना खौफ है केजरीवाल खुद पंजाब च कह रहा है कि हिंदू असुरक्षित ने। किवें सारे पंजाब के मुद्दे सने पानियां दा सने सियासी कैदियों की रिहाई का वो मुँहदे मार दिते गए। नैशनल सिक्योरिटी के इशू नूं इन्ना को उभारिया गया कि उसका नतीजा सी कि अल्टीमेटली असी देखते हैं भी केजरीवाल अज भी जदों कि ये भगवंत मान नूं बनाना मजबूरी भी बन गया सीधे तौर पर तो चीफ मिनिस्टर नहीं बन सकिया अजे उहदी वो डिज़ायर जां एसपीरेशन मुक्की नहीं। हालां उहदी डिज़ायर तो बहुत वड्डी प्राइम मिनिस्टर बनन दी है
ਲੇਕਿਨ ਜੇ ਤੁਸੀਂ ਦੇਖੋ ਕਿ ਵੀ ਇਹ ਨੈਸ਼ਨਲਿਜ਼ਮ ਦਾ ਨੈਰੇਟਿਵ ਕਿਵੇਂ ਕੇਜਰੀਵਾਲ ਸਿਰਜ ਰਿਹਾ, ਪਿਛਲੇ ਦਿਨਾਂ 'ਚ ਉਹ ਕੇਰਲਾ ਦੇ ਦੌਰੇ ਤੇ ਸੀ। ਹੁਣ ਕੇਰਲਾ ਦੇ ਵਿੱਚ ਮਲਿਆਲਮ ਬੋਲਣ ਵਾਲੇ ਲੋਕ ਨੇ ਤੇ ਜਾਂ ਹਾਈਐਸਟ ਲਿਟਰੇਸੀ ਰੇਟ ਹੈ ਉੱਥੇ 95-96% ਲੋਕ ਪੜ੍ਹੇ ਲਿਖੇ ਨੇ, ਅੰਗਰੇਜ਼ੀ ਬੋਲਦੇ ਨੇ। ਔਰ ਉਹਨਾਂ ਦੀ ਇੱਕ ਪਾਰਟੀ ਹੈ ਉੱਥੇ T20 ਦੇ ਨਾਂ ਥੱਲੇ ਕਿ ਕੀ ਉਸ ਨੂੰ ਕਹਿੰਦੇ ਨੇ 20 ਇਹ ਪਾਰਟੀ ਦਾ ਨਾਂ ਹੈ, ਕਿਉਂਕਿ ਈਸਾਈ 30 ਤੋਂ 35% ਆਬਾਦੀ ਕੇਰਲਾ ਦੇ ਵਿੱਚ ਈਸਾਈਆਂ ਦੀ ਹੈ। ਔਰ ਇਹ 20 ਪਾਰਟੀ ਦਾ ਜਿਹੜਾ ਮੁਖੀ ਹੈ ਉਹ ਮਿਸਟਰ M ਜੈਕਬ ਇੱਕ ਈਸਾਈ ਹੈ। ਸੋ ਇਹਨੇ ਇਹ ਕਰਦਿਆਂ ਜੀ ਕਿ ਕੇਰਲਾ ਦੇ ਵਿੱਚ ਆਮ ਆਦਮੀ ਪਾਰਟੀ ਜਿਹੜਾ 20 ਪਾਰਟੀ ਦੇ ਨਾਲ ਅਲਾਇੰਸ ਕਰ ਰਹੀ, ਇੱਕ ਬੜਾ ਵੱਡਾ ਇਕੱਠ ਰੱਖਿਆ ਸੀ ਉਹਨਾਂ ਨੇ। ਕੇਰਲਾ ਦੀ ਸਿਟੀ ਹੈ ਕਿਜ਼ਾਕਮ ਬਲਾਮ ਜਿਹੜਾ ਹੈ, ਔਰ ਉਹਦੇ 'ਚ ਭੀੜ ਇਕੱਠੀ ਹੋਈ। ਉਹ ਤਾਂ ਔਰ ਆਪਣਾ ਉਹੀ ਝੂਠ, ਜਿਵੇਂ ਮੋਦੀ ਨੇ ਆਪਣਾ ਝੂਠਾ ਗੁਜਰਾਤ ਮਾਡਲ ਜਿਹੜਾ ਕਿ ਜਿਹਦਾ ਕੋਈ ਮਤਲਬ ਨਹੀਂ ਸੀ, ਝੂਠ ਤੇ ਸਿਰਜਿਆ ਗਿਆ, ਉਹ ਵੇਚ ਕੇ ਉਹ ਦਿੱਲੀ ਤੱਕ ਪਹੁੰਚਿਆ। ਇਹ ਆਪਣਾ ਦਿੱਲੀ ਮਾਡਲ ਵੇਚ ਕੇ ਪੰਜਾਬ 'ਤੇ ਤਾਂ ਕਬਜ਼ਾ ਕਰ ਲਿਆ, ਕੇਰਲਾ 'ਚ ਵੀ ਕਰ। ਪਰ ਜਿਹੜੀ ਗੱਲ ਮੈਂ ਇਹ ਦੇਖਦਾ ਕਿ ਕਿਵੇਂ ਮੋਦੀ ਔਰ ਕੇਜਰੀਵਾਲ ਇੱਕੋ ਹੀ ਏਜੰਡੇ 'ਤੇ ਕੰਮ ਕਰ ਰਹੇ ਨੇ। ਕੇਰਲਾ ਦੀ ਮਲਿਆਲਮ ਅੰਗਰੇਜ਼ੀ ਸਪੀਕਿੰਗ ਪਾਪੂਲੇਸ਼ਨ, ਜਿੱਥੇ 5% ਲੋਕ ਵੀ ਹਿੰਦੀ ਨਹੀਂ ਸਮਝਦੇ, ਉੱਥੇ ਕੇਜਰੀਵਾਲ ਜਿਹੜਾ ਹੈ ਉਹ ਚੇਸਟ ਹਿੰਦੀ ਦੇ ਵਿੱਚ ਤਕਰੀਰ ਕਰ ਰਿਹਾ। ਹੁਣ ਮੈਸੇਜ ਕੀ ਦੇਣਾ ਚਾਹੁੰਦੇ ਨੇ ਕਿ ਜੀ ਅਸੀਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਉਹੀ ਹਿੰਦੂ ਰਾਸ਼ਟਰ ਹੈ। ਹੁਣ ਤੁਸੀਂ ਉਹਨਾਂ ਲੋਕਾਂ ਦੇ ਸਾਹਮਣੇ ਜਾ ਕੇ ਹਿੰਦੀ ਬੋਲ ਰਹੇ ਜਿਹਨਾਂ ਨੂੰ ਕੋਈ ਸਮਝ ਨਹੀਂ ਆ ਰਹੀ, ਪਰ ਉਹ ਆਪਣਾ ਇਹ ਵੀ ਜੇ ਪੰਜਾਬ 'ਚ ਤਿਰੰਗੇ ਲਪੇਟੇ ਗਏ ਤੇ ਉੱਥੇ ਇਸ ਕਿਸਮ ਦੀ ਖੇਡ ਖੇਡੀ ਜਾ ਰਹੀ। ਅੱਛਾ, ਪੰਜਾਬ 'ਚ ਭਗਵੰਤ ਮਾਨ ਦੀ ਕਾਰਗੁਜ਼ਾਰੀ ਜੇ ਇਹਨਾਂ ਤੁਸੀਂ 2 ਮਹੀਨਿਆਂ ਦੇ ਪੀਰੀਅਡ 'ਚ ਲਗਭਗ ਦੇਖਣੀ ਹੋਏ ਤੇ ਉਹ ਬਹੁਤ ਸਾਰਿਆਂ ਨੂੰ ਨਿਰਾਸ਼ਤਾ ਹੋਈ। ਉਹ ਲੋਕ, ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਵੀ ਇਸ ਦੇ ਠੂਠੇ 'ਚ ਕੁਛ ਨਹੀਂ ਹੈ, ਉਹ ਤਾਂ ਜੋ ਹੈ ਉਹ ਕੇਜਰੀਵਾਲ ਨੇ ਠੂਠੇ 'ਚ ਪਾਉਣਾ ਹੈ। ਤੇ ਕੇਜਰੀਵਾਲ ਦਾ ਠੂਠਾ ਵੱਡੇ ਬੈਗਰ RSS ਨਾਗਪੁਰ ਵਾਲਿਆਂ ਨੇ ਉਹਨੂੰ ਦਿੱਤਾ ਹੋਇਆ ਵੀ ਤੂੰ ਕੀ ਲੈ ਕੇ ਆਉਣਾ, ਔਰ ਉਹਦੀ ਕਮਾਈ ਜਿਹੜੀ ਹੈ ਦਿਨ ਦੀ ਭਿਖਾਰੀ ਦੀ ਉਹ ਨਾਗਪੁਰ ਦੇ ਖਾਤੇ 'ਚ ਹੀ ਪੈਂਦੀ ਹੈ ਜਾ ਕੇ। ਹੁਣ ਇਸ ਸਾਰੇ ਪੀਰੀਅਡ 'ਚ ਕਿਸਾਨਾਂ ਦਾ ਵੀ ਆਲਮੋਸਟ ਮੋਹਾਲੀ ਦੇ ਵਿੱਚ ਸਿਟ ਇਨ ਹੋ ਗਿਆ। ਹਾਲਾਂ ਇਹ ਰਿਅਲਾਈਜ਼ ਕਰ ਲਿਆ ਭਗਵੰਤ ਮਾਨ ਨੇ ਔਰ ਬੈਕ ਆਫ ਕਰ ਲਿਆ ਉਹਨਾਂ ਦੇ ਨਾਲ ਗੱਲਬਾਤ ਦੇ ਬਹਾਨੇ ਨਾਲ। ਹੁਣ ਇਸ ਪੀਰੀਅਡ 'ਚ ਪੰਜਾਬ 'ਚ ਪਟਿਆਲੇ ਦੀ ਘਟਨਾ, ਕਿਵੇਂ ਜਿਹੜੇ ਲੋਕ ਹਿੰਦੂ ਤੋਂ ਵੀ ਆਈਡੀਓਲੋਜੀ ਵਾਲੇ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਉਹ ਨਫ਼ਰਤ ਫੈਲਾਉਂਦੇ ਨੇ, ਔਰ ਕਿਵੇਂ ਜਿਹੜਾ ਉਹ ਸ਼ਹਿਰ ਦੇ ਵਿੱਚ ਜਲੂਸ ਕੱਢੇ ਜਾਂਦੇ ਨੇ ਬਿਨਾਂ ਪਰਮਿਸ਼ਨ ਤੋਂ। ਪਰ ਅੱਜ ਤੁਸੀਂ ਗ੍ਰਿਫਤਾਰੀਆਂ ਦਾ ਸਿਲਸਿਲਾ ਪੰਜਾਬ ਦੇ ਵਿੱਚ ਦੇਖੋ ਤੇ ਸਭ ਤੋਂ ਜ਼ਿਆਦਾ ਸਿੱਖ ਨੌਜਵਾਨ, ਈਵਨ ਇੱਕ ਬਜ਼ੁਰਗ ਨਿਹੰਗ ਸਿੰਘ ਜਿਹਨੇ ਪਟਿਆਲੇ 'ਚ ਕਿਹਾ ਸੀ ਕਿ ਭਾਈ ਇਹ ਆਪਣੀ ਸਾਰਾ ਇਸ ਕਿਸਮ ਦਾ ਕਰਦੇ ਨੇ, ਆਪਣੀ ਦੁਰਗਾ ਨਾਲ ਸੰਬੰਧਿਤ ਉਹਨੇ ਕੋਈ ਗੱਲ ਕਹੀ ਜਿਹੜੀ ਉਹਨਾਂ ਦੇ ਮਿਥਿਹਾਸ ਦਾ ਹਿੱਸਾ ਹੀ ਸੀ, ਉਸ ਨੂੰ ਵੀ ਅੱਜ ਚੁੱਕ ਲਿਆ ਗਿਆ। ਔਰ ਕਿਵੇਂ ਝੂਠਾ ਸਾਜ਼ਿਸ਼ੀ ਪਰਵਾਨਾ ਤੇ ਫਲਾਣਾ ਤੇ ਇਵੇਂ ਕਰਕੇ ਡਰਾਮੇਬਾਜ਼ੀ ਕੀਤੀ ਗਈ, ਕਿਵੇਂ ਗ੍ਰਿਫਤਾਰੀਆਂ ਧੜਾ ਧੜ ਹੋਈਆਂ। ਹਾਲਾਂ ਉਹ ਹਿੰਦੂ ਇਕੱਠ ਨੂੰ ਰੋਕਿਆ ਵੀ ਜਾ ਸਕਦਾ ਸੀ, ਔਰ ਹਮਲਾ ਮੰਦਿਰ ਦੇ ਵਿੱਚੋਂ ਪੱਥਰਾਂ ਦੇ ਨਾਲ ਹੁੰਦਾ, ਉਹਨਾਂ 'ਚੋਂ ਕਿਸੇ ਨੂੰ ਸਜ਼ਾ ਯਾਫਤਾ ਨਹੀਂ ਕੀਤਾ ਜਾਂਦਾ। ਹੁਣ ਜੇ ਰਾਕਟ ਪ੍ਰੋਪੈਲਡ ਗ੍ਰਨੇਡ ਉਹਨਾਂ ਦੇ ਇੰਟੈਲੀਜੈਂਸ ਦਫ਼ਤਰ ਦੇ ਉੱਤੇ ਮੋਹਾਲੀ ਦੇ ਵਿੱਚ ਡਿੱਗਦੇ ਨੇ, ਪੰਜਾਬ 'ਚ ਕਿੰਨੇ ਵੱਡੇ ਪੈਮਾਨੇ ਦੇ ਉੱਤੇ ਫੜੋ ਫੜੀ ਹੁੰਦੀ ਹੈ। ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਇਹ ਕਹਿ ਕੇ ਕਿ ਜੀ ਗੈਂਗਸਟਰਸ ਨੂੰ ਕਾਬੂ ਕਰਨ ਲਈ ਅਸੀਂ ਸਪੈਸ਼ਲ ਫੋਰਸ ਲਾ ਰਹੇ ਹਾਂ। ਹੁਣ ਵਿਦਨ ਸਟੇਟ ਜਦੋਂ ਮੈਂ ਕਿਹਾ ਵੀ ਇੱਕ ਮਾਹੌਲ ਸਿਰਜ ਦਿੱਤਾ ਜਾਂਦਾ ਹੈ ਜਿਹੜਾ ਕਿ ਇੱਕ ਖੌਫ ਔਰ ਡਰ ਦਾ ਹੈ। ਹੁਣ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ 18 ਮਈ ਦਾ ਦਿਨ ਹੈ, ਆਲਮੋਸਟ 2 ਹਫ਼ਤੇ ਤੋਂ ਵੀ ਘੱਟ ਵਕਤ ਹੈ, ਜੂਨ ਦਾ ਪਹਿਲਾ ਹਫ਼ਤਾ ਸ਼ੁਰੂ ਹੋ ਰਿਹਾ ਔਰ ਜ਼ਾਹਰ ਹੈ ਜੂਨ 84 ਦਾ ਘੱਲੂਘਾਰਾ ਹਰ ਸਿੱਖ ਦੇ ਲਈ ਉਹ ਕਿੰਨਾ ਕੁ ਪ੍ਰੈਕਟਿਸਿੰਗ ਹੈ, ਕਿੰਨਾ ਕੁ ਕੱਚਾ ਪਿੱਲਾ ਹੈ। ਪਰ ਜਿਹੜਾ ਸਿੱਖ ਹੈ ਉਹ ਜੂਨ 84 ਦਾ ਘੱਲੂਘਾਰਾ ਪਹਿਲਾ ਹਫ਼ਤਾ ਉਹਦੇ ਅੰਦਰ ਕੀ ਚੱਲ ਰਿਹਾ ਹੁੰਦਾ ਹੈ, ਕੋਈ ਈਵਨ ਇਸ ਕਿਸਮ ਦਾ ਸਮਾਗਮ ਵੀ ਜਿਹੜਾ ਪਰਿਵਾਰਕ ਹੁੰਦਾ ਕੋਈ ਨਹੀਂ ਰੱਖਦਾ। ਗੁਰਦੁਆਰਿਆਂ ਦੇ ਵਿੱਚ ਸ਼ਹੀਦੀ ਯਾਦ ਮਨਾਈ ਜਾਂਦੀ ਹੈ, ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਔਰ ਅਕਾਲ ਤਖਤ ਸਾਹਿਬ ਦੇ ਉੱਤੇ ਭਾਵੇਂ ਹਰ ਸਾਲ ਹਕੂਮਤ ਨੇ ਪਾਬੰਦੀਆਂ ਲਾਈਆਂ ਹੁੰਦੀਆਂ, ਰੁਕਾਵਟਾਂ ਖੜੀਆਂ ਕੀਤੀਆਂ ਹੁੰਦੀਆਂ, ਇਹਦੇ ਬਾਵਜੂਦ ਸਿੱਖ ਨੌਜਵਾਨ ਪਹੁੰਚ ਜਾਂਦੇ ਨੇ। ਉੱਥੋਂ ਮੈਸੇਜ ਵੀ ਖਾਲਿਸਤਾਨ ਜ਼ਿੰਦਾਬਾਦ ਦਾ ਜਾਂਦਾ ਹੈ। ਇਸ ਵਾਰ ਵੀ ਇਸ ਮੌਕੇ ਦੇ ਉੱਤੇ ਇਕੱਠ ਹੋਏਗਾ, ਕਿਉਂਕਿ ਜਿਸ ਅਕਾਲ ਤਖਤ ਨੂੰ ਟੈਂਕਾਂ ਤੋਪਾਂ ਦੇ ਨਾਲ ਢਾਹ ਢੇਰੀ ਕੀਤਾ ਗਿਆ, ਉੱਥੇ ਹੀ ਬੈਠ ਕੇ ਅਸੀਂ ਉਹਨਾਂ ਯੋਧਿਆਂ ਨੂੰ ਵੀ ਯਾਦ ਕਰਨਾ ਜਿਨ੍ਹਾਂ ਨੇ ਜਿਹੜਾ ਉਹ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜ਼ੁਲਮ ਦਾ ਮੁਕਾਬਲਾ ਕੀਤਾ।
ਉੱਥੇ ਅਸੀਂ ਉਹਨਾਂ ਬੇਗੁਨਾਹ ਨੂੰ ਵੀ ਯਾਦ ਕਰਨਾ ਜਿਹੜੇ ਆਪਣੇ ਪ੍ਰੀਤਮ ਪਿਆਰੇ ਦੇ ਦਰ ਤੇ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਦੇ ਮੌਕੇ ਜਿਹੜੇ ਮਜ਼ਲੂਮ ਬੱਚੇ, ਬਜ਼ੁਰਗ, ਮਾਈਆਂ ਜਿਨ੍ਹਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ, ਸਰੋਵਰ ਦਾ ਜਿਹੜਾ ਪਾਣੀ ਹੈ ਅੰਮ੍ਰਿਤ ਜਿਹੜਾ ਉਹਨੂੰ ਸੂਹਾ ਲਾਲ ਉਸ ਨੂੰ ਕਨਵਰਟ ਕੀਤਾ ਗਿਆ। ਹੁਣ ਇਸ ਮੌਕੇ ਦੇ ਉੱਤੇ ਇਸ ਤੋਂ ਪਹਿਲਾਂ ਕਿ ਅਜੇ ਤਾਂ ਕੋਈ ਕਾਲ ਕਿਸੇ ਨੇ ਇਸ ਕਿਸਮ ਦੀ ਦਿੱਤੀ ਨਹੀਂ ਹੈ ਕਿ ਵੀ ਪੰਜਾਬ 'ਚ ਔਰ ਹਮੇਸ਼ਾ ਹੀ ਸਿੱਖ ਧਿਰਾਂ ਵੱਲੋਂ ਕਦੇ ਵੀ ਪੰਜਾਬ 'ਚ ਜੂਨ 84 ਦੇ ਮੌਕੇ ਜਾਂ ਕਿਸੇ ਐਸੇ ਮੌਕੇ ਦੇ ਉੱਤੇ ਕੋਈ ਵਾਇਲੈਂਸ ਨਹੀਂ ਕੀਤੀ ਜਾਂਦੀ। ਅਕਾਲ ਤਖਤ ਸਾਹਿਬ ਤੇ ਜ਼ਰੂਰ ਥੋੜ੍ਹੀ ਬਹੁਤ ਖਿੱਚ ਤੂ ਹੁੰਦੀ ਰਹੀ ਹੈ, ਉਹ ਵੀ ਕਿਉਂਕਿ ਜਦੋਂ ਤੱਕ ਬਾਦਲ ਦਲ ਪਾਵਰ 'ਚ ਸੀ ਉਹ ਉੱਥੇ ਆਪਣੀ ਮਨਮਰਜ਼ੀ ਕਰਦੇ ਸੀ। ਜਿਹੜੇ ਨੌਜਵਾਨੀ ਦੀ ਆਜ਼ਾਦੀ ਭਾਵਨਾ ਉਮੰਗਾਂ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੁੰਦੀ ਸੀ, ਸੋ ਉਹਦੇ ਤੇ ਰਿਐਕਸ਼ਨ ਜ਼ਰੂਰ ਹੁੰਦਾ ਸੀ ਥੋੜ੍ਹਾ ਬਹੁਤ। ਲੇਕਿਨ ਇਹ ਨਹੀਂ ਹੋਇਆ ਕਿ ਜੂਨ ਦੇ ਪਹਿਲੇ ਹਫ਼ਤੇ ਕੋਈ ਪੰਜਾਬ 'ਚ ਕੋਈ ਵਾਇਲੈਂਸ ਦੀਆਂ ਘਟਨਾਵਾਂ ਕੋਈ ਹਿੰਦੂ ਭਰਾਵਾਂ ਦੇ ਖਿਲਾਫ ਜਾਂ ਕਿਸੇ ਹੋਰ ਦੇ ਖਿਲਾਫ ਹੋਈਆਂ ਹੋਣ। ਲੇਕਿਨ ਉਹਨਾਂ ਦਾ ਮੀਡੀਆ ਕਈ ਹਫ਼ਤੇ ਤੋਂ ਹੀ ਇਹੋ ਜਿਹਾ ਮਾਹੌਲ ਪਹਿਲਾਂ ਵੀ ਸਿਰਜਦਾ ਰਿਹਾ, ਪਰ ਹੁਣ ਮੈਂ ਦੇਖ ਰਿਹਾ ਵੀ ਇਸ ਵਾਰ ਬੜਾ ਇੰਟੈਂਸ ਮਾਹੌਲ ਸਿਰਜਿਆ ਜਾ ਚੁੱਕਾ ਹੈ। ਔਰ ਇਹੀ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਜਦੋਂ ਅਮਿਤ ਸ਼ਾਹ ਨੇ ਕੁਛ ਮਹੀਨੇ ਪਹਿਲਾਂ ਪੰਜਾਬ ਅਸੈਂਬਲੀ ਚੋਣਾਂ ਤੋਂ ਇਹ ਕਿਹਾ ਕਿ ਜੀ ਅਸੀਂ ਪੰਜਾਬ ਦੇ ਜਿਹੜੇ 25,000 ਸਕੁਅਰ ਕਿਲੋਮੀਟਰ ਤੱਕ ਜਿਹੜੇ ਪਾਕਿਸਤਾਨ ਬਾਰਡਰ ਦੇ ਨਾਲ ਲੱਗਦੇ ਜ਼ਿਲ੍ਹੇ ਨੇ ਉਹ BSF ਦੇ ਹਵਾਲੇ ਕਰ ਰਹੇ ਤੇ ਰੌਲਾ ਪਾਉਣ ਵਾਲਿਆਂ 'ਚ ਕਾਂਗਰਸ ਵੀ, ਆਮ ਆਦਮੀ ਪਾਰਟੀ ਵੀ, ਅਕਾਲੀ ਵੀ ਇਹ ਸੀ ਕਿ ਜੀ ਇਹ ਤਾਂ ਅੱਧਾ ਪੰਜਾਬ, ਕਿਉਂਕਿ 25,000 ਸਕੁਅਰ ਕਿਲੋਮੀਟਰ ਦਾ ਮਤਲਬ ਅੱਧਾ ਪੰਜਾਬ, ਇਹ ਤਾਂ ਤੁਸੀਂ ਸਿੱਧੇ ਤੌਰ ਤੇ ਸੈਂਟਰਲ ਫੋਰਸਿਸ ਦੇ ਹਵਾਲੇ ਕਰ ਰਹੇ ਹੋ। ਲੇਕਿਨ ਹੁਣ ਤੁਸੀਂ ਦੇਖੋ ਕਿ ਜਿਹੜਾ ਭਗਵੰਤ ਮਾਨ ਪਟਿਆਲੇ ਦੇ ਵਿੱਚ ਜਿਹੜੀ ਗੁੰਡਾਗਰਦੀ ਔਰ ਫਿਰਕੂਪਣਾ ਹਿੰਦੂ ਤਵੀਆਂ ਨੇ ਦਿਖਾਇਆ ਉਸ ਨੂੰ ਰੋਕਣ 'ਚ ਨਾਕਾਮਯਾਬ ਰਿਹਾ। ਜਿਹੜਾ ਪੰਜਾਬ ਦੇ ਵਿੱਚ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਿਸ ਦੇ ਨਾਲ ਇਹਨੂੰ ਕਨਫਰੰਟ ਕੀਤਾ ਗਿਆ ਸੀ ਚੋਣਾਂ ਦੇ ਦੌਰਾਨ ਵੀ, ਉਸ ਦੇ ਉੱਤੇ ਇਹਦੇ ਮੂੰਹ 'ਚੋਂ ਇੱਕ ਲਫ਼ਜ਼ ਨਹੀਂ ਨਿਕਲਦਾ। ਇਹ ਦੌੜਦਾ ਦਿੱਲੀ ਗਿਆ। ਦਿੱਲੀ ਜਾ ਕੇ ਉਹਨੇ ਕਿਹਾ ਜੀ ਇਹ ਜੂਨ 84 ਦੀ ਐਨੀਵਰਸਰੀ ਆ ਰਹੀ ਹੈ ਔਰ ਸੈਂਟਰਲ ਫੋਰਸਿਸ ਜਿਹੜੀਆਂ ਨੇ ਮੈਨੂੰ ਦਿੱਤੀਆਂ ਜਾਣ ਕਿਉਂਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਮੱਸਿਆ ਹੋ ਸਕਦੀ। ਹੁਣ ਜਿਹੜਾ ਆਫੀਸ਼ੀਅਲ ਕਾਊਂਟ ਹੈ ਪੰਜਾਬ 'ਚ 80,000 ਜਵਾਨ ਪੰਜਾਬ ਪੁਲਿਸ ਦੇ। ਹੁਣ ਜਿਹੜੀਆਂ ਅਮਿਤ ਸ਼ਾਹ ਨੇ ਕਿਹਾ ਜੀ ਬਿਲਕੁਲ ਅਸੀਂ ਤੁਹਾਨੂੰ ਦਿੰਦੇ ਹਾਂ, ਅਸੀਂ 10 ਕੰਪਨੀਆਂ CRPF ਦੀਆਂ ਪੰਜਾਬ 'ਚ ਤਾਇਨਾਤ ਕਰਾਂਗੇ। ਹੁਣ ਦੇਖਣ ਵਾਲੀ ਗੱਲ, ਇੱਕ ਕੰਪਨੀ ਦੇ ਵਿੱਚ 100 ਜਵਾਨ ਹੁੰਦਾ ਹੈ, 10 ਕੰਪਨੀਆਂ ਦਾ ਮਤਲਬ ਹੈ 1000 ਜਵਾਨ। ਹੁਣ ਜੇ 80,000 ਪੰਜਾਬ ਪੁਲਿਸ ਦਾ ਜਵਾਨ ਪੰਜਾਬ 'ਚ ਲਾਅ ਐਂਡ ਆਰਡਰ ਨੂੰ ਕਾਇਮ ਨਹੀਂ ਰੱਖ ਸਕਦਾ ਤੇ 1000 ਜਿਹੜਾ ਸੈਂਟਰਲ CRPF ਦੀ ਤਾਇਨਾਤੀ ਹੈ ਉਹ ਕਿਹੜਾ ਕੱਦੂ 'ਚ ਤੀਰ ਮਾਰ ਲੈਣਗੇ। ਲੇਕਿਨ ਮੈਸੇਜ ਇਹ ਨਹੀਂ ਹੈ। ਮੈਸੇਜ ਤਾਂ ਉਹ ਪੰਜਾਬ ਦੇ ਵਿੱਚ ਆਲਮੋਸਟ ਕਿੰਨੀ ਫੌਜ ਰੱਖੀ ਹੋਈ ਹੈ, ਤੁਸੀਂ ਜਲੰਧਰ ਛਾਉਣੀ, ਫਿਰੋਜ਼ਪੁਰ ਛਾਉਣੀ, ਬਠਿੰਡਾ ਛਾਉਣੀ, ਉਹ ਤਾਂ ਜਦੋਂ ਮਰਜ਼ੀ ਬਾਹਰ ਕੱਢ ਲੈਣ। ਜੇ ਕੋਈ ਈਵਨ ਬਹੁਤ ਵੱਡੀ ਜੰਗ ਵਰਗੀ ਗੱਲ ਵੀ ਐਵੇਂ ਨਹੀਂ ਪੰਜਾਬ ਨੂੰ ਕਾਲੋਨੀ ਬਣਾਇਆ ਹੋਇਆ ਉਹਨਾਂ ਨੇ। ਲੇਕਿਨ ਮੈਸੇਜ ਇਹ ਜਿਹੜਾ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਨੇ ਦਿੱਤਾ ਹੈ ਕਿ ਭਾਈ ਅਸੀਂ ਉਵੇਂ ਹੀ ਜੇ ਅਸੀਂ ਚੋਣਾਂ ਤੋਂ ਪਹਿਲਾਂ ਥੋੜ੍ਹਾ ਬਹੁਤ ਉਸ ਸਿੱਖਾਂ ਦੇ ਉਸ ਟੈਂਪਰੇਚਰ ਨੂੰ ਦੇਖਦੇ ਹਾਂ ਬਿਆਨਬਾਜ਼ੀ ਕੀਤੀ ਵੀ ਸੀ, ਪਰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਅਲਟੀਮੇਟਲੀ ਉਹੀ ਲਾਈਨ ਟੋ ਕਰਾਂਗੇ, ਉਹੀ ਲਾਅ ਐਂਡ ਆਰਡਰ ਦਾ ਇੱਕ ਬਹਾਨਾ ਬਣਾ ਕੇ ਸਿੱਖਾਂ ਦੀ ਨਸਲਕੁਸ਼ੀ ਦੇ ਅਗਲੇ ਚੈਪਟਰ ਨੂੰ ਖੋਲਾਂਗੇ ਜਿਵੇਂ ਕਿ ਬੇਅੰਤੇ ਬੁੱਚੜ ਨੇ ਕੀਤਾ ਸੀ। ਔਰ ਜਿਉਂ ਹੀ ਭਗਵੰਤ ਮਾਨ ਨੇ ਇਹ ਮੰਗ ਕੀਤੀ ਔਰ ਕੰਪਨੀਆਂ ਦੀ ਗੱਲ ਆਈ, ਬਦ ਇਖਲਾਕ, ਬਦ ਕਲਾਮ, ਬਦ ਜ਼ਬਾਨ ਅਮਰਿੰਦਰ ਬੋਲਦਾ ਕਿ ਆਹ ਦੇਖੋ ਜੀ ਆਮ ਆਦਮੀ ਪਾਰਟੀ ਅਪੋਜ਼ਡ ਮੋਰ ਪਾਵਰਸ ਟੂ BSF ਤੇ ਹੁਣ ਜਿਹੜਾ ਉਹ ਡਿਮਾਂਡ ਕਰ ਰਿਹਾ। ਉਹਨੇ ਕਿਹਾ ਜੀ ਬਿਲਕੁਲ ਠੀਕ ਹੈ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ, ਉਹਨੂੰ ਭੁੱਲਾ ਨਹੀਂ ਕਹਿੰਦੇ। ਔਰ ਇਹ ਉਹਨਾਂ ਨੇ ਕਿਹਾ ਜੀ ਵੈਲਕਮਿੰਗ ਦਾ ਰੀਅਲਾਈਜੇਸ਼ਨ ਔਨ ਦਾ ਪਾਰਟ ਆਫ ਆਮ ਆਦਮੀ ਪਾਰਟੀ ਗਵਰਨਮੈਂਟ ਆਫ ਦਾ ਹਾਰਸ਼ ਸਿਕਿਉਰਿਟੀ ਚੈਲੰਜਸ ਪੰਜਾਬ ਇਜ਼ ਫੇਸਡ ਵਿਦ ਬਾਈ ਸੀਕਿੰਗ additional central security forces. Amrinder reminded the party of its strong opposition to the centre's move last year when it decided to extend the operational jurisdiction of the BSF from 15 to 30 kilometer. कहना जी चलो ਤੁਹਾਡੀ ਹੋਸ਼ ਟਿਕਾਣੇ ਆ ਗਈ ਕਿਉਂਕਿ ਤੁਸੀਂ ਅਪੋਜ਼ ਕੀਤਾ ਸੀ। ਔਰ ਫਿਰ ਇਸੇ ਬਿਆਨ 'ਚੋਂ ਕਹਿ ਰਿਹਾ ਬਹੁਤ ਵੱਡਾ ਖਤਰਾ ਹੈ ਪਾਕਿਸਤਾਨ ਤੋਂ ਔਰ ਦੂਸਰਾ ਉਹੀ ਨੈਰੇਟਿਵ ਜੋ ਏਜੰਸੀਆਂ ਦਾ ਹੈ। ਔਰ ਇਸ ਸਾਰੇ ਦੇ ਚੱਲਦੇ ਇੱਕ ਪਾਸੇ ਅਸੀਂ ਇਹ ਖਬਰ ਦੇਖ ਰਹੇ ਹਾਂ, ਫਿਰ ਕੱਲੀਆਂ ਸੈਂਟਰਲ ਏਜੰਸੀਆਂ ਚੁੱਪ ਕਰਕੇ ਨਹੀਂ ਬੈਠੀਆਂ ਹੋਈਆਂ। ਇੰਟੈਲੀਜੈਂਸ ਬਿਊਰੋ ਗੈਟਸ
rupees 138 crore months after Amit Shah's push to upgrade counter-terrorism grid. ਹੁਣ counter-terrorism grid ਦੇ ਨਾਂ ਥੱਲੇ ਸੈਂਟਰ ਗਵਰਨਮੈਂਟ ਨੇ 138 ਕਰੋੜ ਰੁਪਇਆ ਇੰਟੈਲੀਜੈਂਸ ਬਿਊਰੋ ਨੂੰ ਦਿੱਤਾ ਹੈ। ਹੁਣ ਇੰਟੈਲੀਜੈਂਸ ਬਿਊਰੋ ਨੇ यूपी ਬਿਹਾਰ ਮੱਧ ਪ੍ਰਦੇਸ਼ ਤਾਂ ਨਹੀਂ ਆਪਰੇਟ ਕਰਨਾ। ਇਹ ਸਿਰਫ ਤੇ ਸਿਰਫ ਜਿਹੜਾ ਹੈ ਪੰਜਾਬ 'ਚ ਸਿੱਖਾਂ ਦੀ ਨਸਲਕੁਸ਼ੀ, ਕਸ਼ਮੀਰ 'ਚ ਜੋ ਇਹਨਾਂ ਦੇ ਜ਼ੁਲਮ ਚੱਲ ਰਹੇ ਨੇ, ਔਰ ਇਵੇਂ ਹੀ ਭਾਰਤ ਭਰ 'ਚ ਹੁਣ ਮਸੀਤਾਂ ਦੇ ਉੱਤੇ ਕਿਤੋਂ ਸ਼ਿਵਲਿੰਗ ਨਿਕਲ ਰਿਹਾ, ਕਿਤੋਂ ਕੋਈ ਹੋਰ ਮਿਲ ਰਿਹਾ, ਉਸ ਦੇ ਥੱਲੇ ਜਿਹੜਾ ਹੈ ਇਹਨਾਂ ਦਾ ਘੱਟ ਗਿਣਤੀਆਂ ਦੀ ਨਸਲਕੁਸ਼ੀ ਦਾ ਏਜੰਡਾ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਜਿਨ੍ਹਾਂ ਨੂੰ ਹੁਣ ਉਹਨਾਂ ਦੀਆਂ ਬਹੁਤੀਆਂ ਪੋਸਟਾਂ ਨਜ਼ਰ ਨਹੀਂ ਆਉਂਦੀਆਂ ਜਿਹੜੀਆਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਕਿ ਇੱਕ ਵਾਰ ਮੌਕਾ ਦਿਓ, ਇੱਕ ਵਾਰ ਮੌਕਾ ਦਿਓ, ਉਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਇਹ ਜਿਹੜਾ ਅਗਲਾ ਫੇਜ਼ ਇਹਨਾਂ ਨੇ ਸ਼ੁਰੂ ਕਰਨਾ ਹੈ ਜਾਂ ਆਲਮੋਸਟ ਜਿਹਦਾ ਆਗਾਜ਼ ਕਰ ਦਿੱਤਾ ਹੈ ਸਿੱਖ ਨਸਲਕੁਸ਼ੀ ਦਾ, ਉਹਦੇ 'ਚ ਉਹਨਾਂ ਦੇ ਪੁੱਤਰ ਧੀਆਂ ਵੀ ਹੋ ਸਕਦੇ ਨੇ ਜਿਨ੍ਹਾਂ ਨੇ ਅੱਗੇ ਵੱਧ ਕੇ ਆਮ ਆਦਮੀ ਪਾਰਟੀ ਨੂੰ ਇੱਕ ਦੀ ਥਾਂ ਤੇ ਦੋ ਵਾਰੀ ਜਿਹੜੀਆਂ ਨੇ ਉਹ ਮੋਹਰਾਂ ਲਾ ਕੇ ਵੋਟਾਂ ਪਾਈਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।